ਧੰਨ ਵਾਹਿਗੁਰੂ ਸਾਹਿਬ ਜੀ। ਬਹੁਤ ਜਨਮ ਵਿਸ਼ਰੇ ਮਾਤੋਂ ਇਹ ਜਨਮ ਤੁਮਾਰਾ ਵੇਖਾ ਕਹਿ ਰਮਦਾਸ ਆਸ ਲਗ ਜੀਵੋ कृपा करो दीन के नाते मेरा गुण अब गुण नाम चारों कोई माटी का क्या दुख स्वामी मानस के गात वादिगे कुल आलम मजस्बा आपे हजार जबर शतर तख्त दे मालक धन धन श्री गुरु ग्रंथ ਸਾਹਿਬ जी दे पावन हजूरे अंदर विराजमान गुरु गुरु स्वरूप सत संगे जनों आप जिन्हां ने सतगुर जी दे पावन दरबार दियां हाजरियां भरियां अंमृत मई बाणी का कीर्तन सुंदर रहरस जी दे जाप आप जियां ने सरवण कीते हन। अज उस महान शहीद का जन्म दिहाड़ा है जिसका नाम इतिहास दे विच भाई साहब भाई तारू सिंह जी करके आया, जिन्हां का 300 साला जन्म दिहाड़ा गुरुद्वारा श्री गुरु तेग बहादुर साहब जी फतेहगढ़ चूड़ियां विखे मनाया जा रहा है। इसका प्रसारण पंजाबी विरासत अमरीका वालियां वालों संगतां वालों उपराला किया गया है जी। सतगुरु मेहरबान जिन्ना भी समा असी सतगुरु जी के पावन दरबार दे विच हाजरी भरनी, साडा मन धन सतगुरु श्री गुरु ग्रंथ साहिब जी की बाणी के नाल लगे। धन श्री गुरु ग्रंथ साहिब जी की रब्बी बाणी जदों भी असी पढ़ते हाँ धन श्री गुरु अर्जन देव जी महाराज जो जीव रूहानियत के मार्ग के ऊपर चलता है। धन गुरु अर्जन देव पातशाह जी के पावन बाणी विच सतगुरां ने
ਚਾਰ ਪੰਜ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ। ਕਿਤੇ ਸਤਿਗੁਰੂ ਮਹਾਰਾਜ ਕਿਤੇ ਸੰਤ ਬਾਰੇ ਜ਼ਿਕਰ ਕਰਦੇ ਹਨ, ਕਿਤੇ ਮੇਰੇ ਸਤਿਗੁਰੂ ਜੀ ਭਗਤ ਬਾਰੇ ਜ਼ਿਕਰ ਕਰਦੇ ਹਨ, ਕਿਤੇ ਮੇਰੇ ਸਤਿਗੁਰੂ ਜੀ ਨੇ ਸਾਧ ਦੇ ਜੀਵਨ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਲਿਖਿਆ। ਕਿਤੇ ਸਤਿਗੁਰੂ ਜੀ ਗੁਰਮੁਖ ਦੀ ਗੱਲ ਕਰਦੇ ਹਨ, ਚਾਰਾਂ ਦੀ ਗੱਲ ਕਰਕੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਬਚਨ ਕੀਤਾ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਦੇ ਜੋ ਗੁਰ ਜਨਮੀ ਸਿੱਖ ਬਣਦੇ ਹਨ। ਸਭ ਤੋਂ ਵੱਡੇ ਭਾਗ ਉਸ ਗੁਰ ਸਿੱਖ ਦੇ ਹਨ ਜਿਹੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਲੱਗ ਗਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਬਾਅਦ ਜੇਕਰ ਕੋਈ ਠੋਸ ਦਲੀਲ ਦੇਣੀ ਹੋਵੇ ਤੇ ਵਾਰੀ ਆਉਂਦੇ ਸ੍ਰੀਮਾਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਭਾਈ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਸਤਿਗੁਰੂ ਮਹਾਰਾਜ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਸਤਿਗੁਰੂ ਮਹਾਰਾਜ ਆਪਣੇ ਸਿੱਖ ਦੇ ਨਾਲ ਇੰਨਾ ਪਿਆਰ ਕਿਉਂ ਕਰਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਅਸੀਂ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਉਸ ਤੋਂ ਬਾਅਦ ਵਾਰੀ ਆਉਂਦੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਸਤਿਗੁਰੂ ਮਹਾਰਾਜ ਜਦੋਂ ਮੈਂ ਪਾਣੀ ਵੱਲ ਦੇਖਦਾ ਪਿਆ, ਪਾਣੀ ਦਾ ਇੱਕ ਸੁਭਾਅ ਹੈ ਜੀ, ਪਾਣੀ ਦੇ ਕੋਲ ਕੁਝ ਡੋਗਾ ਆ ਜਾਵੇ ਤੇ ਪਾਣੀ ਉਸ ਨੂੰ ਡੋਬ ਦਿੰਦਾ ਹੈ। ਪਾਣੀ ਦੇ ਕੋਲ ਕੁਝ ਪੱਥਰ ਆ ਜਾਵੇ ਤੇ ਉਸ ਪੱਥਰ ਕਹਿੰਦੇ ਹਨ, ਕਹਿ ਲਗੇ ਕਿ ਪਾਣੀ ਤੇਰੇ ਕੋਲ ਪੱਥਰ ਆਇਆ, ਉਸ ਨੂੰ ਤੂੰ ਡੋਬ ਦਿੱਤਾ, ਉਹ ਤੇਰੇ ਕੋਲ ਕੁਝ ਲੋਹਾ ਆ ਗਿਆ, ਉਸ ਨੂੰ ਤੂੰ ਡੋਬ ਦਿੱਤਾ, ਪਰ ਮੈਨੂੰ ਸਮਝ ਨਹੀਂ ਆਈ ਇਹ ਪਾਣੀ ਨੂੰ ਲੱਕੜ ਨੂੰ ਕਿਉਂ ਨਹੀਂ ਡੋਬਿਆ। ਤੇ ਭਾਈ ਗੁਰਦਾਸ ਜੀ ਲਿਖਦੇ ਹਨ ਪਾਣੀ ਕਾਠ ਨਾ ਡੋਬਣੀ, ਪਾਲੇ ਦੀ ਲੱਜਾ ਸਿਰ ਕਲਵਤ ਧਰਾਏ ਗਏ, ਸਿਰ ਚੜਿਆ ਭਜੈ। ਕਹਿੰਦੇ ਜਿਹੜਾ ਪਾਣੀ ਨੇ ਅੱਗੋਂ ਉਤਰ ਦਿੱਤਾ, ਕਹਿੰਦੇ ਜਿਸ ਨੂੰ ਮੈਂ ਆਪਣੀਆਂ ਬੂੰਦਾਂ ਦੇ ਦੇ ਕੇ ਸਿੰਚਿਆ ਹੈ, ਉਸ ਨੂੰ ਮੈਂ ਕੱਟੀ ਵੀ ਡੋਬਦਾ ਨਹੀਂ। ਦੂਸਰੀ ਗੱਲ, ਜਿਸ ਗੁਰਸਿੱਖ ਨੂੰ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਛਾਤੀ ਦੇ ਨਾਲ ਲਾ ਕੇ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ ਹੋਣ ਤੇ ਸਤਿਗੁਰੂ ਉਸ ਗੁਰਸਿੱਖ ਨੂੰ ਕਦੀ ਵੀ ਡੋਲਣ ਨਹੀਂ ਦਿੰਦੇ। ਕਾਗਜ਼ ਦੇ ਟੁਕੜੇ ਦੇ ਉੱਤੇ ਜੋ ਮਰਜ਼ੀ ਲਿਖਿਆ ਹੋਵੇ, ਸਤਿਗੁਰੂ ਸਿੱਖ ਦੀ ਕਰੈ ਪ੍ਰਤਪਾਲ, ਸੇਵਕ ਕੋ ਗੁਰੂ ਸਦਾ ਦਿਆਲ। ਦੂਸਰੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ, ਕਹਿੰਦੇ ਇਹ ਪਾਣੀ ਤੇਰੇ ਕੋਲ ਲੋਹਾ ਆਇਆ, ਤੂੰ ਉਸ ਨੂੰ ਡੋਬ ਦਿੱਤਾ, ਲੱਕੜ ਆਈ ਉਸ ਨੂੰ ਤੂੰ ਡੋਬਿਆ ਨਹੀਂ, ਪਰ ਜੇਕਰ ਇਸ ਲੱਕੜ ਨੂੰ ਚੀਰ ਕੇ ਕਿਸ਼ਤੀ ਬਣਾਈ ਜਾਵੇ, ਉਸ ਕਿਸ਼ਤੀ ਦੇ ਨਾਲ ਲੋਹਾ ਵੀ ਲੱਗਾ ਹੁੰਦਾ ਹੈ ਤੇ ਜਦੋਂ ਉਹ ਕਿਸ਼ਤੀ ਤਿਆਰ ਹੋ ਜਾਂਦੀ ਹੈ, ਉਸ ਕਿਸ਼ਤੀ ਦੇ ਵਿੱਚ ਪੱਥਰ ਵੀ ਰੱਖਿਆ ਹੁੰਦਾ ਹੈ, ਪਰ ਉਸ ਨੂੰ ਤੂੰ ਕਿਉਂ ਨਹੀਂ ਡੋਬਦਾ। ਭਾਈ ਸਾਹਿਬ ਜੀ ਲਿਖਦੇ ਹਨ ਜਿਹੜਾ ਪਾਣੀ ਨੇ ਤੂੰ ਜਵਾਬ ਦਿੱਤਾ, ਕਹਿੰਦਾ ਜਿਹੜਾ ਮੇਰੇ ਪਾਲੇ ਹੋਏ ਦੀ ਸੰਗਤ ਕਰਨ ਲੱਗ ਪਵੇ ਤੇ ਉਸ ਨੂੰ ਮੈਂ ਕਦੀ ਵੀ ਡੋਬਦਾ ਨਹੀਂ। ਕਿਉਂਕਿ ਸਿੱਖੋ ਇਹ ਸਤਿਗੁਰੂ ਜੀ ਦਾ ਸੁਭਾਅ ਹੈ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹਨ। ਉਸ ਗੁਰਸਿੱਖ ਤੋਂ ਮੈਂ ਕੁਰਬਾਨ ਜਾਂਦਾ, ਕਿੰਨਾ ਗੁਰਸਿੱਖਾਂ ਤੋਂ
कुर्बानी तिन्ना गुर सिखा पिछल राती उठ बहंदे भाई साहब भाई तारू सिंह जी वर्गे जिन्हां दा 300 साला जन्म दिहाड़ा असी मना रहे हाँ। ते भाई गुरदास जी लिखते हैं उन्हां गुर सिखां तो मैं कुर्बान जाता जे अमृत वेले उठ के उस मालिक की याद विच जुड़ते हैं। कुर्बानी तिन्ना गुर सिखां अमृत वेले सार नमंदे ओ गुर सिख भाई साहब जी लिखते हैं उन्हां गुर सिखां तो मैं कुर्बान जाता जे अमृत वेले उठ के नाम रूपी सरोवर विच इशनान करते हैं। कुर्बानी तिन्ना गुर सिखां होए एक मन गुरु जाप जपंदे संगत विच जाते हैं उस मालिक की याद विच जुड़ते हैं। कुर्बानी तिन्ना गुर सिखां साध संगत चल जाए चढ़ते जेड़े संगत विच जाते हैं जदों संगत विच जाते हैं ते उस मालिक की इबादत दे नाल जुड़ते हैं। गुरु के सिखो सतगुरु महाराज जे गुरु ग्रंथ साहिब जी की पावन बाणी असीं पढ़ते हैं सूही राग दे विच भी धन गुरु अर्जन देव जी महाराज जिथे अपने सिख तो बार बार कुर्बान जाते हैं उथे अपने गुरसिख भी अपने गुरु तो बार बार बलहार नहीं जाता। ते भाई साहब जी लिखते हैं कुर्बानी तिन्ना गुर कुर्बानी नित गाए सुनंदे कहने तिन्ना गुर सिखां तो मैं कुर्बान जाता जेड़े उस मालिक की बाणी नूं सुनते हैं ते संगत विच सलाउंदे हैं। कुर्बानी तिन्ना गुर सिखां मन मेरी कर मेल मिलाउंदे कुर्बानी तिन्ना गुर सिखां पाए भगत गुर पुरब करंदे गुर सेवा फल सो फल मिलंदे। कितनी वडियाई धन गुरु ग्रंथ साहिब जी ने और भाई गुरदास जी ने अपने सिखां की झोली देख पाई। गुरु के सिखो जिस गुर सिख दा अज असी उस शहीद का 300 साला जन्म दिहाड़ा मना रहे हैं। ध्यान देना भाई साहब भाई गुरदास जी भी लिखते हैं कह लगे उस गुर सिख तो मैं बलहार जाता बलहारी तिन्ना गुर सिखां चाहे जिना गुर दर्शन मिठा। जदों असी भाई गुरदास जी दियां 12 पढ़ते हैं ते 12 के नाल साडे मन दे एक हौसला जगदा है कि वो गुरसिख किहो जिहा होवेगा जिसने एक मुसलमान की धी नूं सताउंदिया होया अपनी जिहड़ी जिंदगी सी ये कौम दे उत्तों वार दित्ती। गुरु के सिखो इतिहास पढ़ के देखो भाई साहब भाई तारू सिंह जी जेड़े कूले पिंड के रहने वाले हैं 4 अक्तूबर सन 1721 ਨੂੰ भाई साहब जी का जेड़ा जन्म सी भाई जोध सिंह जी के घर माता धर्म कौर की कुख तो होया। ते वो मां कितनी भागा वाली सी जिसने अपने पुत्र नूं गुरबाणी दीयां लोरियां दे दे के उसकी जिंदगी दे विच उस परमात्मा की बाणी दीयां घटना सुनाते रहे। गुरु के सिखो ये भाई साहब भाई तारू सिंह जी जिन्हां दा पिंड मुल्ला सी पट्टी इलाके दे विच उत्थों दा समान खान है उत्थों दे हाकम ने उत्थों दे रहीम बख्श दी एक बेटी को अगवा कर दिया। ते जदों भाई साहब जी नूं इस गल का पता लगा तो रहीम बख्श लाहौर गया। लाहौर जाके
ਚੱਕਰੀਏ ਦੇ ਦਰਬਾਰ ਦੇ ਵਿੱਚ ਜਾ ਕੇ ਫਰਿਆਦ ਕੀਤੀ। ਗੁਰੂ ਕੇ ਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਗਰੀਬ ਨਵਾਜ ਹੈ। ਇਹ ਗਰੀਬਾਂ ਦਾ ਘਰ ਤੇ ਗਰੀਬਾਂ ਨੂੰ ਨਵਾਜਣ ਵਾਲਾ ਹੈ। ਰਹੀਮ ਬਖਸ਼ ਲਾਹੌਰ ਗਿਆ ਹੈ। ਲਾਹੌਰ ਦਰਬਾਰ ਦੇ ਵਿੱਚ ਜਾ ਕੇ ਉਸਨੇ ਫਰਿਆਦ ਕੀਤੀ। ਕਹਿਣ ਲੱਗਾ, ਮੇਰੀ ਧੀ ਨੂੰ ਅਸਮਾਨ ਖਾਨ ਅਗਵਾ ਕਰਕੇ ਆਪਣੇ ਘਰ ਲੈ ਗਿਆ। ਜਿਹੜਾ ਲਾਹੌਰ ਤੋਂ ਜਵਾਬ ਮਿਲਦਾ, ਕਹਿਣ ਲੱਗੇ, ਭਲਿਆ ਤੂੰ ਦਿੱਲੀ ਚਲਿਆ ਜਾ। ਦੇਖੋ, ਗੁਰੂ ਨਾਨਕ ਸਾਹਿਬ ਜੀ ਦਾ ਘਰ ਇਹ ਨਿਮਾਣਿਆਂ ਦਾ ਘਰ ਹੈ, ਨਿਤਾਣਿਆਂ ਦਾ ਘਰ ਹੈ, ਨਿਤਾਣਿਆਂ ਦਾ ਘਰ ਹੈ। ਸਤਿਗੁਰੂ ਮਹਾਰਾਜ ਆਪਣੇ ਸਿੱਖ ਨੂੰ ਕਿੰਨੀ ਵਡਿਆਈ ਬਖਸ਼ਿਸ਼ ਦਿੰਦੇ ਹਨ। ਇਹ ਰਹੀਮ ਬਖਸ਼ ਲਾਹੌਰ ਤੋਂ ਚੱਲਿਆ। ਮਨ ਵਿੱਚ ਇਹ ਪੱਕੀ ਕਰ ਲਈ ਕਿ ਮਨਾ ਦਿੱਲੀ ਜਾਵੇਗਾ, ਉੱਥੇ ਤੇਰੀ ਫਰਿਆਦ ਨਹੀਂ ਸੁਣੀ ਜਾਣੀ। ਅੰਦਰੋਂ ਇੱਕ ਆਵਾਜ਼ ਆਉਂਦੀ ਹੈ। ਉਹ ਆਵਾਜ਼ ਕੀ ਮਨ ਨੇ ਅੰਦਰੋਂ ਖਿੱਚ ਪਾਈ ਤੇ ਇਹ ਰਹੀਮ ਬਖਸ਼ ਗੁਰੂ ਕੇ ਸਿੱਖੋ ਪੁਲੇ ਪਿੰਡ ਦੇ ਵਿੱਚ ਪਹੁੰਚਿਆ। ਜਦੋਂ ਪੁਲੇ ਪਿੰਡ ਦੇ ਵਿੱਚ ਪਹੁੰਚਿਆ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਜਾ ਕੇ ਇਸ ਨੇ ਫਰਿਆਦ ਕੀਤੀ ਕਿ ਭਾਈ ਸਾਹਿਬ ਜੀ, ਮੇਰੀ ਧੀ ਨੂੰ ਅਸਮਾਨ ਖਾਨ ਨੇ ਆਪਣੇ ਘਰ ਦੇ ਵਿੱਚ ਰੱਖਿਆ। ਮੈਂ ਲਾਹੌਰ ਦਰਬਾਰ ਜਾ ਕੇ ਫਰਿਆਦ ਕੀਤੀ ਹੈ, ਉੱਥੇ ਮੇਰੀ ਕੋਈ ਸੁਣਵਾਈ ਨਹੀਂ ਹੋਈ। ਤੇ ਭਾਈ ਸਾਹਿਬ ਜੀ ਨੇ ਸਾਰਾ ਐਡਰੈਸ ਪੁੱਛਿਆ। ਉਸ ਰਹੀਮ ਬਖਸ਼ ਨੇ ਜਿੱਥੇ ਉਸ ਦੀ ਧੀ ਨੂੰ ਅਸਮਾਨ ਖਾਨ ਨੇ ਖੜਿਆ ਸੀ ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਆਪਣੇ ਨਾਲ ਗੁਰੂ ਕੇ ਸਿੰਘ ਲਏ ਹਨ। ਗੁਰੂ ਕੇ ਸਿੱਖੋ, ਆਪਣੇ ਨਾਲ ਜਿਹੜੇ ਗੁਰੂ ਕੇ ਸਿੰਘ ਜਿਨ੍ਹਾਂ ਨੇ ਆਪਣੀ ਜਾਨ ਤਲੀ ਦੇ ਉੱਪਰ ਰੱਖੀ ਸੀ, ਉਹ ਅਸਮਾਨ ਖਾਨ ਦੇ ਘਰ ਗਏ। ਅਸਮਾਨ ਖਾਨ ਦੇ ਘਰ ਪਹੁੰਚੇ। ਜਿਹੜੀ ਰਹੀਮ ਬਖਸ਼ ਦੀ ਧੀ ਇਸ ਨੇ ਆਪਣੇ ਕੈਦ ਵਿੱਚ ਕੀਤੀ ਸੀ, ਉਸ ਧੀ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਆਪਣੇ ਘਰ ਦੇ ਵਿੱਚ ਲਿਆਂਦਾ। ਕੱਲਾ ਘਰ ਦੇ ਵਿੱਚ ਹੀ ਨਹੀਂ ਲਿਆਂਦਾ, ਇਤਿਹਾਸ ਦੇ ਵਿੱਚ ਜ਼ਿਕਰ ਆਇਆ ਉਸ ਭੈਣ ਦਾ ਵਿਆਹ ਕਰਕੇ ਇੱਕ ਇਸਲਾਮ ਮਤ ਦਾ ਇੱਕ ਮੁਸਲਮਾਨ ਵੀਰ ਹੈ ਤੇ ਭਾਈ ਸਾਹਿਬ ਜੀ ਨੇ ਉਸ ਦੇ ਨਾਲ ਨਿਕਾਹ ਉਸ ਭੈਣ ਦਾ ਕੀਤਾ। ਗੁਰੂ ਕੇ ਸਿੱਖੋ, ਜੇਕਰ ਅਸੀਂ ਇਤਿਹਾਸ ਵੱਲ ਝਾਤੀ ਮਾਰਦੇ ਹਾਂ, ਕਿਉਂਕਿ ਇਹ ਤਾਂ 1721 ਦੇ ਵਿੱਚ ਜਦੋਂ ਭਾਈ ਸਾਹਿਬ ਜੀ ਦਾ ਜਨਮ ਹੁੰਦਾ ਹੈ, ਉਸ ਤੋਂ ਬਾਅਦ ਬਚਪਨ ਦੇ ਵਿੱਚ ਜਿਹੜਾ ਚੱਕਰੀਆ ਖਾਨ ਦੇ ਮਨ ਦੇ ਵਿੱਚ ਇੱਕ ਕ੍ਰੋਧ ਸੀ, ਉਹ ਭਾਈ ਤਾਰੂ ਸਿੰਘ ਜੀ ਬਾਰੇ ਇਤਿਹਾਸ ਨੂੰ ਪੜ੍ਹ ਕੇ ਦੇਖੋ। ਜਿਹੜੇ ਅੰਮ੍ਰਿਤ ਵੇਲੇ ਉਸ ਮਾਲਕ ਦੀ ਇਬਾਦਤ ਵਿੱਚ ਜੁੜਦੇ ਹਨ, ਰਹਿਰਾਸ ਸਿੰਘ ਜੀ ਦਾ ਜਾਪ ਕੀਤਾ ਤੇ ਉੱਥੇ ਇੱਕ ਪੰਗਤੀ ਆਉਂਦੀ ਹੈ ਜੀ, ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਅਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਕੜੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਣ ਸਵਾਸਾਂ ਨਾਲ ਨਿਭਾਈ। ਗੁਰੂ ਕੇ ਸਿੱਖੋ, ਭਾਵੇਂ ਕੋਈ ਚਰਖੜੀ ਦੇ ਉੱਪਰ ਚੜਿਆ ਹੈ, ਭਾਵੇਂ ਕੋਈ ਆਰੇ ਦੇ ਨਾਲ ਚੀਰਿਆ ਗਿਆ, ਤੇ ਸਾਰਿਆਂ ਦੀ ਜਾ ਕੇ ਸੰਪੂਰਨਤਾ ਇਹ ਕੇਸਾਂ ਦੇ ਉੱਤੇ ਜਾ ਕੇ ਹੁੰਦੀ ਹੈ। ਕਹਿੰਦੇ ਕਿਹੜਾ ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਇਹ ਗੁਰੂ ਪਿਆਰੇ ਸਵਾਸ ਹਨ ਤਾਂ ਸਰੀਰ ਹੈ, ਜੇ ਕੇਸ ਹਨ ਤਾਂ ਅਸੀਂ ਗੁਰੂ ਕੇ ਸਿੱਖ ਹਾਂ। ਤੇ ਸਤਿਗੁਰੂ ਮਹਾਰਾਜ ਵੀ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ, ਗੁਰ ਸਤਿਗੁਰ ਕਾਜੋ ਸਿੱਖ ਰਖਾਏ, ਸੋ ਭਰ ਕੇ ਉਠ ਹਰ ਨਾਮ ਧਿਆਵੈ। ਜਿਹੜਾ ਗੁਰੂ ਦਾ ਸਿੱਖ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਉਸ ਮਾਲਕ ਦੀ
ਇਬਾਦਤ ਵਿੱਚ ਜੁੜਦਾ ਹੈ। ਭਲ ਕੇ ਉਠ ਹਰ ਨਾਮ ਧਿਆਵੈ, ਉਤਮ ਕਰੇ ਭਲ ਕੇ ਪ੍ਰਭਾਤੀ। ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦੀ ਬਾਣੀ ਵਿੱਚ ਨਾਮ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ। ਤੇ ਉਸ ਦਾ ਸਿਧਾਂਤ ਕੀ ਹੈ ਜੀ? ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਜਿਹੜਾ ਉਪਦੇਸ਼ ਸਤਿਗੁਰੂ ਜੀ ਨੇ ਉਸ ਗੁਰਸਿੱਖ ਨੂੰ ਬਖਸ਼ਿਸ਼ ਕੀਤਾ, ਉਹ ਉਪਦੇਸ਼ ਸੰਗਤਾਂ ਵਿੱਚ ਵੀ ਸੁਣਾਉਂਦਾ ਹੈ। ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਜਿਹੜੇ ਕਿਲ ਵਿਖ ਅੰਦਰ ਪਾਪ ਹਨ, ਜਿਹੜੀ ਹਿਰਦੇ ਦੀ ਭੈੜੀ ਮੱਤ ਸਤਿਗੁਰੂ ਜੀ ਦੇ ਨਾਲ ਤੋੜਦੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਕੇ ਦੇਖੋ, ਮੂਰਤ ਬਲੀਤੀ ਕਪੜ ਹੋਏ, ਦੇ ਸਭ ਗੁਣ ਲਗੇ ਉਹ ਧੋਏ। ਭਰ ਕੇ ਮਤ ਪਾਪਾਂ ਕੇ ਸੰਗ, ਉਹ ਧੋਕੇ ਨਾਮੇ ਕੇ ਰੰਗ। ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਭਾਈ, ਜੇਕਰ ਸਾਡਾ ਕੋਈ ਕਪੜਾ ਕਿਸੇ ਚੀਜ਼ ਦੇ ਨਾਲ ਪਲੀਤ ਹੋ ਜਾਂਦਾ, ਉਸ ਨੂੰ ਸਰਪ ਦੇ ਨਾਲ ਅਸੀਂ ਧੋ ਲੈਂਦੇ ਹਾਂ। ਜੇ ਸਾਡੀ ਇਹ ਮੱਤ ਪਾਪਾਂ ਦੇ ਨਾਲ ਭਰ ਜਾਵੇ, ਉਹ ਧੋਕੇ ਨਾਮੇ ਕੇ ਰੰਗ ਨੂੰ ਕੇਵਲ ਤੇ ਕੇਵਲ ਨਾਮ ਰੂਪੀ ਸਾਬਣ ਦੇ ਨਾਲ ਹੀ ਸਾਫ਼ ਹੋ ਸਕਦੀ ਹੈ। ਤੇ ਸਤਿਗੁਰੂ ਜੀ ਵੀ ਫਰਮਾਨ ਕਰਦੇ ਹਨ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਫਿਰ ਸਿੱਖ ਦਾ ਸਿਧਾਂਤ ਕੀ ਹੈ ਜੀ? ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਉੱਠਦਿਆਂ ਬਹਿੰਦਿਆਂ ਹਰ ਨਾਮ ਧਿਆਵੈ। ਜਿਹੜਾ ਭਾਈ ਸਿੰਘ, ਭਾਈ ਤਾਰੂ ਸਿੰਘ ਵਰਗਾ ਗੁਰਸਿੱਖੀ ਸਿੱਖ ਹੈ, ਉਹ ਅੰਮ੍ਰਿਤ ਵੇਲੇ ਉੱਠਦਾ ਹੈ, ਉਸ ਮਾਲਕ ਦੀ ਬਾਣੀ ਨੂੰ ਪੜ੍ਹਦਾ ਹੈ। ਉੱਠਦਿਆਂ ਬਹਿੰਦਿਆਂ ਸੁੱਤਿਆਂ ਉਸ ਮਾਲਕ ਦੀ ਜ਼ਾਤ ਨੂੰ ਆਪਣੇ ਮਨ ਦੇ ਵਿੱਚ ਰੱਖਦਾ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਜੋ ਸਾਸ ਗਰਾਸ ਧਿਆਏ ਮੇਰਾ, ਹਰ ਹਰ ਸੋਗਰ ਸਿੱਖ ਗੁਰੂ ਮਨ ਭਾਵੈ। ਜਿਹੜਾ ਆਪਣੇ ਸਵਾਸਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਦ ਕਰਦਾ ਹੈ, ਉਹ ਹੀ ਗੁਰਸਿੱਖ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਵਾਨ ਹੈ ਜੀ। ਤੇ ਜਿਸ ਦੇ ਗੁਰੂ ਮਾਲਕ ਦਿਆਲ ਹੋ ਜਾਂਦਾ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ। ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਿਨ੍ਹਾਂ ਤੇ ਗੁਰੂ ਮਾਲਕ ਦਿਆਲ ਹੋ ਗਿਆ ਤੇ ਉਸ ਨੂੰ ਵੀ ਉਪਦੇਸ਼ ਗੁਰੂ ਬਖਸ਼ਿਸ਼ ਕਰਦਾ ਹੈ। ਜਦ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਲ ਨਾਮ ਜਪਾਵੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਉਸ ਗੁਰਸਿੱਖ ਦੀ ਮੈਂ ਧੂੜ ਆਪਣੇ ਮਸਤਕ ਦੇ ਨਾਲ ਲਾਉਂਦਾ ਪਿਆਰਿਓ, ਜਿਹੜਾ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹਨ, ਜਿਹੜਾ ਗੁਰਸਿੱਖ ਰੱਬ ਦੀ ਬਾਣੀ ਨੂੰ ਪੜ੍ਹਦਾ, ਆਪ ਬਾਣੀ ਪੜ੍ਹੀ, ਹੋਰਨਾਂ ਨੂੰ ਪੜ੍ਹਾਈ ਹੈ। ਤੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ, ਉਹਨਾਂ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ। ਕਿੰਨਾ ਗੁਰਸਿੱਖਾਂ ਨੂੰ ਜੀ ਬਲਹਾਰੀ, ਕਿੰਨਾ ਗੁਰਸਿੱਖਾਂ ਚਾਹੇ ਜਿਨ੍ਹਾਂ ਗੁਰ ਦਰਸ਼ਨ ਮਿੱਠਾ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕਰ ਲਏ। ਬਲਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰ ਸਭਾ ਬੈਠਾ। ਜਿਹੜੇ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਲੱਗ ਜਾਂਦੇ ਹਨ ਪਿਆਰਿਓ। ਇਤਿਹਾਸ ਵੱਲ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਤੇ ਇੱਕ ਇੱਕ ਬਾਣੀ ਦੀ ਪੰਕਤੀ ਢੁਕਦੀ ਹੈ, ਪਰ ਉਸ ਤੋਂ ਪਹਿਲੋਂ ਮੇਰਾ ਦਿਲ ਕਰਦਾ ਹੈ ਇਸ ਬਾਣੀ ਦੇ ਵਿੱਚੋਂ ਅਸੀਂ ਆਪਣੇ ਮਾਲਕ ਦੇ ਦਰਸ਼ਨ ਕਰਨੇ ਹਨ। ਚੰਗਾ ਹੋਵੇ ਤਾਂ ਅਸੀਂ ਸਭ ਤੋਂ ਪਹਿਲੋਂ ਉਸ ਮਾਲਕ ਦੀ ਵਡਿਆਈ ਨੂੰ ਕਰੀਏ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਕਹਿੰਦੇ ਕਿ ਜਿਹੜਾ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਲੱਗ ਗਿਆ। ਤੇ ਭਾਈ ਸਾਹਿਬ ਜੀ ਲਿਖਦੇ ਹਨ, ਬਲਹਾਰੀ ਤਿੰਨਾ ਗੁਰ ਸਿੱਖਾ, ਗੁਰਮਤਿ ਬੋਲ ਬੋਲਦੇ ਮਿਠਾ।
ਬੱਚੇ ਹੁੰਦੇ ਹਨ ਉਹ ਤਾਂ ਗੁਰੂ ਦੀ ਮੱਤ ਨੂੰ ਬੋਲਦੇ ਹਨ। ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਗੁਰੂ ਕੇ ਸਿੱਖੋ, ਜੇ ਇਹਨਾਂ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ, ਸਮਾਂ ਆਪਣੀ ਚਾਲ ਦੇ ਨਾਲ ਚੱਲਦਾ ਜਾ ਰਿਹਾ। ਅੱਧਾ ਘੰਟਾ ਸਮਾਂ ਬਾਕੀ ਹੈ। ਹੁਣ ਦੇਖੀਏ ਕਿ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਕੇਸਾਂ ਦੀ ਖਾਤਰ ਆਪਣੀ ਖੋਪੜੀ ਦਬਾ ਲਈ, ਪਰ ਗੁਰੂ ਅੱਗੇ ਇੱਕ ਅਰਦਾਸ ਕੀਤੀ ਸੀ, ਬਾਜਾ ਵਾਲਿਆ ਕੇਸ ਮੇਰੇ ਨਹੀਂ, ਕੇਸ ਤੇਰੀ ਦਿੱਤੀ ਹੋਈ ਮੋਹਰ ਹੈ। ਸਤਿਗੁਰੂ ਜੇ ਮੇਰੇ ਕੇਸ ਕੱਟੇ ਗਏ ਨਾ, ਦਾਤਾ ਦਰਗਾਹ ਦੇ ਵਿੱਚ ਮੈਂ ਤੇਰਾ ਕਿਹੜਾ ਮੁਖ ਪਾਉਂਗਾ। ਮੈਂ ਉਸ ਗੁਰਸਿੱਖ ਦੇ ਜੀਵਨ ਦੀ ਗੱਲ ਕਰਾਂ ਜਿਸ ਨੇ ਇਤਿਹਾਸ ਦੇ ਵਿੱਚ ਜਿਸ ਦਾ ਨਾਮ ਸਰਦਾਰ ਰਤਨ ਸਿੰਘ ਜੀ ਭੰਗੂ ਕਰਕੇ ਆਇਆ। तो उसने भाई साहब भाई तारू सिंह जी का जिक्र किया। कहने भाई साहब पूरे पिंड का रहने वाला सी, मां रब दे पानी दे चलती सी। ते एक दिन भाई साहब भाई तारू सिंह जी अपनी मां दे कोल जाके सलाह करते हैं कि माता जेड़े जुझारू वीर जंगलों दे विच साडी खातर अपना आप वारते हैं, ते माता असी तां अपने घरां दे विच हर तरह का सुख सानू गुरु ने दिता। माता मेरे अंदर दी एक भावना है। माता धर्म कौर जी ने अगों जवाब दिता कि मेरे लाडले पुत्र केड़ी तेरे मन दे विच गल है। कहंदे कि मां जिन्ने ढोले विच दाने हैं, जिन्नी घर दे विच दाल है, माता मैनू प्रसादे पका दे। ते ये प्रसादे मैं उन्हां जुझारू वीर जेड़े जंगलों दे विच वो साडे वास्ते अपनियां जानां कुर्बान करते हैं, उन्हां वास्ते मैं प्रसादे लेके जाना। गुरु के सिखो, जदों माता धर्म कौर ने ये तिन्हां जीवां दा परिवार सी, भाई साहब भाई तारू सिंह जी ते इस दी भैन बीबी तारू थी, क्योंकि पिता जोध सिंह ये तो पहलों ही शहीद हो चुके सन। इस दी भैन तारू जदों माता धर्म कौर ने प्रसादे तैयार करने ते दोवां भैन भरावां ने जंगल दे विच जाना, जाके उन्हां जुझारू वीरां नूं जाके प्रसादे छकाउणे ते उन्हां वीरां ने अग्गों कोशिश देनी, भाई तारू सिंघा जेड़ी मेरी सिक्खी है ना सवासां दे नाल निभे, तेनू गुरु पितरां पुत्रां दे दर्जे मिलन। ते भाई साहिब भाई तारू सिंह जी जदों हौली हौली गुरु प्यारे इन्हां दी सेवा प्राप्त कर दित्ती है। जेड़े घर दे विच तवे दे उपर प्रसादे बनते सन, जेड़ी हंडी दे विच दाल बनती सी, अज उसे ही घर दे विच वड्डियां वड्डियां लोहां तपण लग पईयां। देगा दालां मियां वो भाई साहब जी के घर तैयार होण लग पईयां। इधरों भगत निरंजनियां जंडियाले दे रहण वाला किसी ने इस नूं जाके दसिया कि साडे ही इलाके दे विच पिंड पुलियां दे विच भाई साहब भाई तारू सिंह जी इधर दे जगरिया खान कहंदा है मैं सिखां दा खोज खुराम मिटा दिता है। पर भाई साहब जी तां जंगलों दे विच प्रसादा लेके सिंघां नूं छका के आउंदे हन। गुरु प्यारिओ अज जंडियाले दे रहण वाला भगत निरंजनिया जेड़ा बाबा हंड दयाल दी कुल दे विचों सी, बाबा हंड दयाल जी धन श्री गुरु अमरदास पातशाह जी ने धन गुरु रामदास पातशाह जी ने बाबा हंड दयाल ने बड़ियां रहमतां बड़ी कृपा की सी। इतिहास दे विच जिक्र आया बाबा हंड दयाल जी श्री अमृतसर साहिब जी विखे एक आटे की सेवा करते पे हैं। इधरों सतगुरु
ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਇਹਨਾਂ ਨੇ ਦੇਖਿਆ ਬਾਬਾ ਹਰਦਿਆਲ ਦਿਆਲ ਜੀ ਆਟੇ ਦੀ ਸੇਵਾ ਕਰਦੇ ਪਏ ਹਨ ਤੇ ਬਾਬਾ ਹਰਦਿਆਲ ਦਿਆਲ ਜੀ ਸੋਚਦੇ ਹਨ ਨਾ ਕਦੀ ਮੈਂ ਹੱਥ ਧੋਵਾਂ ਕਦੀ ਸੋਚ ਜੇ ਆਟੇ ਵਾਲੇ ਹੱਥ ਸਤਿਗੁਰਾਂ ਦੇ ਚਰਨਾਂ ਨੂੰ ਲੱਗ ਗਏ ਨਾ ਮਨ ਗੁਨਾਹ ਹੋਵੇਗਾ ਪਾਪਾ ਦਾ ਭਾਗੀ ਹੋਵੇਗਾ। ਗੁਰੂ ਕੇ ਸਿੱਖੋ ਬਾਬਾ ਹਰਦਿਆਲ ਦਿਆਲ ਨੇ ਕੀਤਾ ਕਿ ਇਹਨਾਂ ਨੇ ਆਪਣੇ ਆਟੇ ਵਾਲੇ ਹੱਥ ਆਪਣੇ ਪਿੱਛੇ ਰੱਖੇ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਗੇ ਆਪਣਾ ਸੀਸ ਨਵਾ ਦਿੱਤਾ। ਸਤਿਗੁਰ ਖੇਡ ਕਰਾ ਕੇ ਹੱਸੇ ਕਹਿੰਦੇ ਕਿ ਬਾਬਾ ਹਰਦਿਆਲ ਦਿਆਲ ਜੀ ਮੱਥਾ ਟੇਕਣ ਦੇ ਤਾਂ ਲੋਕ ਹੱਥ ਅੱਗੇ ਕਰਦੇ ਹਨ ਤੇ ਬਾਬਾ ਜੀ ਤੁਸੀਂ ਆਪਣੇ ਹੱਥ ਪਿੱਛੇ ਕਿਉਂ ਰੱਖੇ। ਬਾਬਾ ਹਰਦਿਆਲ ਦਿਆਲ ਜੀ ਉਹਨਾਂ ਨੇ ਹੱਥ ਜੋੜੇ ਕਹਿੰਦੇ ਕਿ ਦਾਤਿਆ ਜਿਹੜੇ ਹੱਥ ਸਨ ਮਹਾਰਾਜ ਆਟੇ ਦੇ ਨਾਲ ਲਿਬੜੇ ਸਨ। ਸਤਿਗੁਰ ਜੀ ਮੈਂ ਸੋਚਦਾ ਸੀ ਜਿਹੜਾ ਆਟਾ ਸੀ ਦਾਤਿਆ ਤੁਹਾਡੇ ਚਰਨਾਂ ਦੇ ਨਾਲ ਨਾ ਲੱਗ ਜਾਵੇ ਉਸੇ ਹੀ ਬਾਬਾ ਹਰਦਿਆਲ ਦਿਆਲ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਅਸੀਸਾਂ ਦੇ ਕੇ ਨਵਾਜਿਆ। ਗੁਰੂ ਕੇ ਸਿੱਖੋ ਉਸੇ ਹੀ ਕੁੱਲ ਦੇ ਵਿੱਚੋਂ ਹਰ ਭਗਤ ਨਿਰੰਜਨੀਆ ਕਿਉਂ ਇਹ ਭਗਤ ਨਹੀਂ ਸੀ ਇਹ ਸਰਕਾਰ ਦਾ ਭਗਤ ਸੀ ਸਰਕਾਰ ਦਾ ਟੌਪ ਸੀ। ਜਦੋਂ ਇਸ ਨੂੰ ਪਤਾ ਲੱਗਾ ਇਹ ਪਿੰਡ ਪੂਰੇ ਪਹੁੰਚ ਗਏ। ਇਸ ਨੇ ਸਾਰੀ ਸੀਆਈਡੀ ਲਈ ਹੈ। ਇਸ ਨੇ ਜੋ ਖਬਰ ਸੁਣੀ ਇਹ ਲਾਹੌਰ ਦਰਬਾਰ ਜ਼ਕਰੀਆ ਖਾਨ ਦੇ ਕੋਲ ਜਾ ਕੇ ਪਹੁੰਚਿਆ। ਜ਼ਕਰੀਆ ਖਾਨ ਨੂੰ ਜਾ ਕੇ ਕਹਿੰਦਾ ਖਾਨ ਜੀ ਤੁਸੀਂ ਤਾਂ ਕਹਿੰਦੇ ਜੋ ਕਿ ਅਸੀਂ ਪੰਜਾਬ ਦੇ ਵਿੱਚ ਸਿੱਖਾਂ ਦਾ ਖੋਜ ਪੂਰਾ ਕਰ ਦਿੱਤਾ ਸਿੱਖ ਮਕਾ ਦਿੱਤੇ ਹਨ ਜੰਗਲਾਂ ਦੇ ਵਿੱਚ ਜਿਵੇਂ ਸਿੱਖ ਲੱਭਦਾ ਨਹੀਂ। ਮੇਰੇ ਇਲਾਕੇ ਦੇ ਵਿੱਚ ਪਿੰਡ ਪੁੱਲਿਆਂ ਦੇ ਵਿੱਚ ਰਹਿਣ ਵਾਲਾ ਭਾਈ ਤਾਰੂ ਸਿੰਘ ਨਾਮ ਦਾ ਇੱਕ ਗੁਰਸਿੱਖ ਹੈ ਉਸ ਨੂੰ ਜੁਝਾਰੂਆਂ ਦੇ ਟਿਕਾਣਿਆਂ ਦਾ ਵੀ ਪਤਾ ਹੈ ਪਰ ਉਹ ਰਾਤ ਨੂੰ ਸਿੰਘਾਂ ਦੇ ਪ੍ਰਸ਼ਾਦੇ ਲੈ ਕੇ ਜੰਗਲ ਦੇ ਵਿੱਚ ਉਹਨਾਂ ਨੂੰ ਛੁਪਾਉਣ ਵਾਸਤੇ ਜਾਂਦਾ। ਹੁਣ ਜਦੋਂ ਜ਼ਕਰੀਆ ਖਾਨ ਨੂੰ ਇਸ ਗੱਲ ਦਾ ਪਤਾ ਲੱਗਾ ਬੜਾ ਗੁੱਸੇ ਵਿੱਚ ਬੋਲਿਆ। ਇਸ ਨੇ 12 ਜਮਾਂ ਛੁਪਾਈ। ਸਭ ਤੋਂ ਪਹਿਲੋਂ ਗੁਰੂ ਪਿਆਰੇ ਨੂੰ ਕੀਤਾ ਕਿ ਇਸ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਬਰੰਟ ਲਾਹੌਰ ਤੋਂ ਜਾਰੀ ਕੀਤੇ। ਉਹਨਾਂ ਬਰੰਟਾਂ ਦੇ ਵਿੱਚ ਭੈਣ ਤਾਰੂ ਜੀ ਦਾ ਵੀ ਜ਼ਿਕਰ ਆਇਆ ਸੀ। ਜਦੋਂ 12-13 ਸਿਪਾਹੀ ਇਹ ਲਾਹੌਰ ਤੋਂ ਜਾਂਦੇ ਹਨ ਪਿੰਡ ਪੁੱਲਿਆਂ ਦੇ ਵਿੱਚ ਪਹੁੰਚਦੇ ਹਨ ਤੇ ਗੁਰੂ ਕੇ ਸਿੱਖੋ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਘਰ ਜਦੋਂ ਪੁਲਿਸ ਆਈ ਹੈ ਤੇ ਮਾਤਾ ਧਰਮ ਕੌਰ ਕੱਲੀ ਘਰ ਦੇ ਵਿੱਚ ਸੀ। ਭਾਈ ਸਾਹਿਬ ਕਿਤੇ ਬਾਹਰ ਗਏ ਸਨ। ਜਦੋਂ ਮਾਤਾ ਧਰਮ ਕੌਰ ਨੂੰ ਇਸ ਗੱਲ ਦਾ ਪਤਾ ਲੱਗਾ ਆਣ ਕੇ ਪੁਲਿਸ ਵਾਲੇ ਬੜੀ ਆਵਾਜ਼ ਗੁੱਸੇ ਦੇ ਵਿੱਚ ਬੋਲਦੇ ਹਨ ਮਾਂ ਕਿੱਥੇ ਹੈ ਤੇਰਾ ਤਾਰੂ ਸਿੰਘ ਇਸ ਨੂੰ ਅਸੀਂ ਫੜਨ ਵਾਸਤੇ ਆਏ ਹਾਂ। ਗੁਰੂ ਕੇ ਸਿੱਖੋ ਦੇਖੋ ਮਾਂ ਦੀ ਮਮਤਾ ਹੈ। ਮਾਂ ਕੀ ਬੋਲਦੀ ਹੈ ਦੱਸੋ ਮੇਰੇ ਨਾਲ ਪਹਿਲੋਂ ਪ੍ਰਸ਼ਾਦਾ ਛਕਣਾ ਹੈ ਜਾਂ ਪਾਣੀ ਲਿਆਵਾਂ ਜਾਂ ਪ੍ਰਸ਼ਾਦਾ ਛਕਣਾ ਹੈ। ਗੁਰੂ ਕੇ ਸਿੱਖੋ ਇਹ ਮਾਂ ਦੀ ਮਮਤਾ ਹੈ। ਜਿਸ ਮਾਂ ਬਾਰੇ ਧੰਨ ਗੁਰੂ ਰਾਮਦਾਸ ਬਾਣੀ ਦੇ ਵਿੱਚ ਜ਼ਿਕਰ ਕਰਦੇ ਹਨ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਵਸਿਓ ਤਿਨ ਬਾਦ ਕੀਜੇ ਹਰ ਬੰਝਾ ਤਿਨ ਸੁਣੀ ਤੇਰੇ ਫਿਰ ਬਿਨ ਨਾਮੇ ਕੋਈ ਖਾਕ ਖਕ ਹੋਏ ਕਰੰਜਾ। ਹੁਣ ਮਾਂ ਦਾ ਜ਼ਿਕਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੀਤਾ ਕਿਹੋ ਜੀ ਮਾਂ ਹੋਵੇ ਕਹਿੰਦੇ ਨੇ ਉਹ ਜੀ ਮਾਂ ਹੋਣੀ ਚਾਹੀਦੀ ਹੈ ਪੁੱਤ ਮਾਂ ਦੇ ਪੇਟ ਦੇ ਵਿੱਚ ਹੋਵੇ ਮਾਤਾ ਕੈ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਸਾਰੀਐ ਪ੍ਰਤਪਾਲ ਮਾਤਾ ਉਦਰ ਰੱਖੇ ਲਗਨ ਦੇ ਨਾ ਸੇਕ ਇਹ ਗੁਰਬਾਣੀ ਦਾ ਪਿਆਰਾ ਜ਼ਿਕਰ ਹੈ। ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਬਾਣੀ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ ਮਾਂ ਬਾਰੇ ਕਿ ਜਦੋਂ ਬੱਚਾ ਮਾਂ ਦੇ ਪਰਵੇਸ਼ ਦੇ ਮਾਂ ਦੇ ਪੇਟ ਦੇ ਵਿੱਚ ਪ੍ਰਵੇਸ਼ ਕਰਦਾ ਹੈ
ਤੇ ਮਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਬੱਚਾ ਮਾਂ ਦੇ ਪੇਟ ਦੇ ਵਿੱਚ ਹੈ ਗੁਰੂ ਪਿਆਰਿਓ। ਹੁਣ ਮਾਂ ਨੇ ਰੱਬੀ ਬਾਣੀ ਨੂੰ ਪੜ੍ਹ ਕੇ ਪੁੱਤ ਨੂੰ ਲੋਰੀਆਂ ਦੇਵੇ। ਜਿਹੋ ਜਿਹਾ ਮਾਂ ਕਰਮ ਕਰੇਗੀ, ਜੇ ਬਾਣੀ ਪੜ੍ਹੇਗੀ, ਉਸ ਦਾ ਬੱਚਾ ਵੀ ਅੱਗੇ ਬਾਣੀ ਪੜ੍ਹੇਗਾ। ਤੇ ਸਤਿਗੁਰੂ ਜੀ ਕਹਿੰਦੇ ਹਨ ਜਿਨ ਹਰ ਹਿਰਦੇ ਨਾਮ ਨ ਬਸਿਓ ਤੇ ਨਮਾਜ਼ ਕੀਜੇ ਹਰ ਬਾਝਾ। ਸਤਿਗੁਰੂ ਜੀ ਕਹਿੰਦੇ ਹਨ ਉਸ ਮਾਂ ਨੂੰ ਤਾਂ ਬਾਝ ਰਹਿਣਾ ਚਾਹੀਦਾ ਹੈ। ਇਸ ਮਾਂ ਨੂੰ ਜੀ ਜਿਹੜੀ ਮਾਂ ਆਪਣੇ ਪੁੱਤ ਨੂੰ ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਨਹੀਂ ਲੱਭਦੀ, ਮਾਂ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਹੁਤ ਵੱਡਾ ਯੂਨੀਵਰਸਿਟੀ ਦਾ ਦਰਜਾ ਦਿੱਤਾ ਹੈ। ਇਹ ਮਾਂ ਕਿਹੜੀ ਹੈ? ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਪੁਲਿਸ ਮਾਨ ਕੇ ਗੁੱਸੇ ਦੇ ਨਾਲ ਬੋਲਦੀ ਹੈ, ਮਾਂ ਕਿੱਥੇ ਹੈ ਤੇਰਾ ਤਾਰੂ ਸਿੰਘ? ਤੇ ਮਾਂ ਦੀ ਮਮਤਾ ਦੇਖੋ। ਮਾਂ ਕਹਿੰਦੀ ਹੈ ਮੇਰੇ ਨਾਲ ਦੱਸੋ ਸ਼ਕਲਾ ਕੀ ਹੈ? ਦੇਖੋ ਤਾਰੂ ਸਿੰਘ ਦੇ ਘਰ ਦੇ ਵਿੱਚ ਤੁਸੀਂ ਆਏ ਹੋ। ਇਹ ਭਾਈ ਤਾਰੂ ਸਿੰਘ ਗੁਰੂ ਦੇ ਸਿੱਖ ਦਾ ਘਰ ਹੈ। ਪਹਿਲੋਂ ਪ੍ਰਸ਼ਾਦਾ ਸਭ ਬਾਅਦ ਵਿੱਚ ਮੈਂ ਦੱਸੂਗੀ ਕਿ ਮੇਰਾ ਪੁੱਤ ਤਾਰੂ ਸਿੰਘ ਕਿੱਥੇ ਹੈ। ਜਿਹੜੀ ਪੁਲਿਸ ਉਸੇ ਦੇ ਨਾਲ ਬੋਲਦੀ ਸੀ, ਉਹਨਾਂ ਪੁਲਿਸ ਵਾਲਿਆਂ ਦੇ ਭਾਈ ਰਤਨ ਸਿੰਘ ਜੀ ਘੰਗੂ ਲਿਖਦੇ ਹਨ, ਉਹ ਕਹਿੰਦੇ ਜਿਹੜੇ ਪੁਲਿਸ ਮੁਲਾਜ਼ਮ ਸਨ ਉਹਨਾਂ ਦੇ ਮਿੱਤਰ ਜਦੋਂ ਮਾਤਾ ਧਰਮ ਕੌਰ ਨੇ ਇਹ ਗੱਲ ਕਹੀ, ਉਹਨਾਂ ਨੇ ਮੁੰਡੀ ਪਾ ਲਈ। ਕਹਿੰਦੇ ਮਾਂ ਇਹ ਸੱਚ ਪੁੱਛਦੇ ਜੋ ਨਾ, ਅਸੀਂ ਤੇਰੇ ਪੁੱਤਰ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹਾਂ। ਕਹਿੰਦੇ ਤੇਰੇ ਪੁੱਤਰ ਨੂੰ ਗ੍ਰਿਫਤਾਰ ਕਰਨ ਵਾਸਤੇ ਨਹੀਂ ਆਏ, ਤੇਰੀ ਧੀ ਦੇ ਵੀ ਵਾਰੰਟ ਜ਼ਕਰੀਆ ਖਾਨ ਨੇ ਜਾਰੀ ਕੀਤੇ ਹਨ। ਗੁਰੂ ਕੇ ਸਿੱਖੋ ਭਾਈ ਤਾਰੂ ਸਿੰਘ ਜੀ ਦੀ ਮਾਤਾ ਪੁਲਿਸ ਵਾਲਿਆਂ ਨੂੰ ਕਹਿੰਦੀ ਬਈ ਦੱਸੋ ਮੇਰੇ ਪੁੱਤ ਦਾ ਕੀ ਕਸੂਰ ਹੈ? ਤੇ ਅੱਗੋਂ ਪੁਲਿਸ ਵਾਲੇ ਬੋਲਦੇ ਹਨ ਮਾਂ ਸਾਨੂੰ ਤਾਂ ਕੋਈ ਕਸੂਰ ਦਾ ਪਤਾ ਨਹੀਂ, ਅਸੀਂ ਤਾਂ ਹੁਕਮ ਦੇ ਬੰਦੇ ਹੋਏ ਲਾਹੌਰ ਤੋਂ ਆਏ ਹਾਂ। ਗੁਰੂ ਕੇ ਸਿੱਖੋ ਜਦੋਂ ਪਿੰਡ ਪੁਲੇ ਵਾਲਿਆਂ ਨੂੰ ਜਿਹੜੇ ਪੁਲੇ ਦੇ ਪੁੱਤਰੋਂ ਦੇ ਲੋਕ ਸਨ, ਕੱਲੇ ਸਿੱਖ ਨਹੀਂ ਸਨ, ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਹਿੰਦੂ ਵੀ ਆਏ, ਮੁਸਲਮਾਨ ਵੀ ਆਏ। ਆਣਗੇ ਭਾਈ ਸਾਹਿਬ ਵੀ ਆਪਣੇ ਪੁਲੇਚਰ ਨੂੰ ਘਰ ਦੇ ਵਿੱਚ ਆਉਂਦੇ ਹਨ। ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਪੁਲਿਸ ਗ੍ਰਿਫਤਾਰ ਕਰਨ ਵਾਸਤੇ ਇਹਨਾਂ ਦੇ ਘਰ ਪਹੁੰਚੀ ਹੈ, ਪਿੰਡ ਵਾਲੇ ਆਏ। ਪਿੰਡ ਵਾਲਿਆਂ ਨੇ ਆਣ ਕੇ ਭਾਈ ਸਾਹਿਬ ਜੀ ਅੱਗੇ ਬੇਨਤੀ ਕੀਤੀ, ਭਾਈ ਸਾਹਿਬ ਜੇ ਤੁਹਾਡਾ ਹੁਕਮ ਹੋਵੇ ਕਿ ਜਿਹੜੇ 12-13 ਸਿਪਾਹੀ ਹਨ ਇਹਨਾਂ ਦੇ ਕੋਲੋਂ ਅਸੀਂ ਤੁਹਾਨੂੰ ਛਡਵਾ ਲੈਂਦੇ ਹਾਂ। ਤੇ ਭਾਈ ਸਾਹਿਬ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਕਿ ਜਿਸ ਸ਼ਹੀਦੀ ਦੀ ਮੈਂ ਉਡੀਕ ਕਰਦਾ ਪਿਆ ਸੀ, ਅੱਜ ਉਸ ਮਾਲਕ ਨੇ ਸਮਾਂ ਬਖਸ਼ਿਸ਼ ਕਰ ਦਿੱਤਾ ਹੈ। ਜੇਕਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਜੋ, ਕਹਿੰਦੇ ਮੇਰੇ ਜਾਣ ਤੋਂ ਬਾਅਦ ਘਰ ਘਰ ਦੇ ਜਨੂਮਾਂ ਪਾ ਦੇਵੋ, ਘਰ ਘਰ ਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਲਵਾ ਦਵੋ। ਮੈਂ ਸਮਝਾਂਗਾ ਕਿ ਤੁਸੀਂ ਮੇਰੇ ਨਾਲ ਪਿਆਰ ਕਰਦੇ ਸੋ। ਗੁਰੂ ਕੇ ਸਿੱਖੋ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਹੜੇ ਸਿੱਖੀ ਦੀ ਖਾਤਰ ਉਹਨਾਂ ਨੇ ਆਪਣਾ ਕੋਕਰ ਲਹਾ ਦਿੱਤਾ। ਜਦੋਂ ਇਤਿਹਾਸ ਦੇ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਉਹ ਲੋਕ ਜਿਹੜੇ ਉਸ ਮਾਲਕ ਦੀ ਬਾਣੀ ਦੇ ਨਾਲ ਟੁੱਟ ਚੁੱਕੇ ਹਨ, ਜਿਹੜੇ ਪਤਨ ਹੋ ਚੁੱਕੇ ਹਨ। ਤੇ ਉਸ ਦੇ ਜਦੋਂ ਅਸੀਂ ਕਿਤੇ ਅਜਾਇਬ ਘਰ ਦੇ ਵਿੱਚ ਜਾਂਦੇ ਹਾਂ, ਇਤਿਹਾਸ ਦੇ ਵਿੱਚ ਮੈਂ ਰਾਤੀ ਪੜ੍ਹਦਾ ਪਿਆ ਸੀ ਕਿ ਇੱਕ ਵਾਰ ਇੱਕ ਗੁਰਸਿੱਖ ਬੇਟਾ ਕਿਸੇ ਪ੍ਰਿੰਸੀਪਲ ਧਰਮ ਸਿੰਘ ਜੀ ਉਹਨਾਂ ਨੇ ਇੱਕ ਉਦਾਹਰਨ ਦਿੱਤੀ। ਕਹਿੰਦੇ ਇੱਕ ਵਾਰ ਇੱਕ ਬੇਟਾ ਆਪਣੇ ਘਰ ਦੇ ਵਿੱਚ ਆਉਂਦਾ ਹੈ, ਕਾਲਜ ਵਿੱਚ ਪੜ੍ਹਦਾ ਸੀ। ਆਣ ਕੇ ਮਾਤਾ ਪਿਤਾ ਨੂੰ ਉਸ ਨੇ ਆਣ ਕੇ ਰਿਕੁਐਸਟ ਕੀਤੀ ਕਿ ਪਿਤਾ ਜੀ ਕਾਲਜ ਦੇ ਵਿੱਚ ਸਾਰੇ ਬੱਚੇ ਪਤਨ ਹੋ ਚੁੱਕੇ ਹਨ, ਮੈਂ ਕਹਿੰਦਾ ਗੁਰਸਿੱਖ ਹਾਂ, ਜੇ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਆਪਣੀ ਕੇਸ ਮਿਟਾ ਦੇਵਾਂ। ਜਦੋਂ ਮਾਤਾ ਤੇ ਪਿਤਾ ਨੇ ਸੁਣਿਆ ਨਾ ਗੁਰੂ ਕੇ ਸਿੱਖੋ, ਕਹਿੰਦੇ ਕੇਸ ਤਾਂ ਗੁਰੂ ਨਾਨਕ ਸਾਹਿਬ ਗੁਰੂ ਕਲਗੀਆਂ ਵਾਲੇ ਦੇ ਹਨ, ਅਸੀਂ ਕੌਣ ਤੈਨੂੰ ਕਹਿ ਸਕਦੇ ਹਾਂ ਕਿ ਪੁੱਤਰਾ ਕੇਸ ਮਿਟਾ ਦੇ, ਜਾ ਤੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਜਾ, ਅਜਾਇਬ ਘਰ ਦੇ ਵਿੱਚ ਜਾਵੀਂ। ਉੱਥੇ ਭਾਈ ਸਾਹਿਬ ਭਾਈ
अगे होके उन्हां दी फोटो अगे देखी, उन्हां दे इतिहास नूं पढ़ी, इतिहास नूं पढ़ के जदों घर आवेगा फिर तैनूं पता लगेगा कि इस साडे हन कि जां धर्म गुरु कलगियां वाले दे हन। वो नौजवान उसे तरह जिस तरह माता पिता ने कहा सी अजैब घर दे विच गया, माता पिता दे कोल आया, अखां दे अथरू वगदे हन ते अपने माता पिता दे आन के अगे आन के अपनी भुल नूं बख्शाया कहण लगा, तुसीं तां मैनूं पाप करन तों बचा दिता है। ते भाई साहब भाई कानू सिंह जी पिंड वालियां नूं कहंदे हन, जेकर तुसीं मेरे नाल प्यार करदे जो घर घर दे विच लोहा तपाओ, घर घर विच देव दीआं दालां तुसीं चालू करो, घर घर गुरु नानक साहब जी दी सिੱਖੀ ਨੂੰ ਦਿਨੋਂ ਦਿਨ ਪ੍ਰਫੁੱਲਿਤ ਕਰੋ। जे ये तुसीं इन्हां दे नाल प्यार करोगे ये तुहाडा ਮੈਨੂੰ इंज जावेगा तुसीं मेरे नाल भी प्यार करदे हो। गुरु के सिखो जदों भाई साहब जी नूं पुलिस गिरफ्तार करके लाहौर दरबार दे विच खड़िया, जकरिया खान ने कुछ सवाल जवाब कीते हैं। इतिहास इस्लाम मत दे विच इस्लाम दे विच जिन्नियां धार्मिक पुस्तकां हैं, चाहे वो कुरान हदीस, चाहे वो इंजील है, चाहे वो हदीस है, इस्लाम दीआं धार्मिक पुस्तकां किते भी प्यार और जिक्र नहीं इन्हां दे इस्लाम मत दे विच आउंदा। किसे बाइबल ने किते आपने केस लगाए हो, क्योंकि साहिबजादियां दे अगे भी इहो फतवा है। भाई साहब भाई कानू सिंह जी अगे इहो ही जकरिया खान ने कह दिता कि इंज सानू जापदा है कि तेरा केसां दे नाल बहुत प्यार है। पहिलों तां भाई साहब जी दे अगे कुछ सवाल रखे, भाई साहब जी नूं पुछदे पए हन कि तेरे इलाके दे विच ओ जुझारू वीर रहिंदे हन जंगलां दे विच, तुसीं भैन भरा उस दीआं रोटियां लेके जंगलां दे विच जांदे जो, अपने घर दे विच तुसीं लंगर लगाए हन। ते भाई साहब जी ने अगों जवाब दिता, ये तां मेरे गुरु नानक साहब जी दा घर है, इत्थे कोई गरीब आन के लंगर छक जावे उसका भी पुण्य उसदे नाल प्यार करते हैं। जेकर कोई पापी अधर्मी होता है वो गुरु नानक साहब जी के घर किसी चीज का उसदे नाल प्यार जिक्र नहीं। बोल देखो भाई साहब भाई कानू सिंह जी नूं ते जकरिया खान कहण लगा, सिखा तेरे अगे मैं कुछ सवाल रखदा, जेकर तू सिक्खी तो तेनू मैं कुछ इसने कुछ लाभ दिते, कहता जब मुसलमान बन जा। तो भाई रतन सिंह जी भंगू लिखते हैं, कहते जेड़ा भाई साहब भाई कानू सिंह जी ने अगों जवाब दिता जकरिया खान, कहते तेनू अपना धर्म प्यारा है ते मैनू अपना धर्म प्यारा है, इस करके मैं मुसलमान बनने वास्ते तेरे को नहीं आया, मैं धर्म गोबिंद सिंह पातशाह जी का सिख हाँ ते मैं शहीद होने वास्ते किथे लाहौर दरबार दे विच पहुंचिया। गुरु के सिखो इसे ही जकरिया खान ने फतवा भी दिता कि भाई साहब भाई कानू सिंह जी के जेड़े केस हैं ये कट दिते जान। भाई साहब जी का कानू सिंह जी का सिखां दे नाल कितना प्यार और धन गुरु नानक साहब जी की सिक्खी दे नाल कितना प्यार सी, एवो ही जकरिया खान बार बार कहता है। तेनू उस दिन पता लगेगा जिस दिन तेरे केस कटे जाएंगे। ते भाई साहब जी ने अगों जवाब दिता कि लगा मैं गुरु नानक साहब जी का सिख हाँ ते भाई रतन सिंह जी को लिख के रख के पूरी जकरिया खान कहता मैं तेरे सिर दे पैरों दी जुत्तियां दे नाल तेरे केसां नूं कटा देवांगा। ते भाई साहब जी ने अगों जवाब दिता कहता तू केस अड्डाउण दी गल करदा, इस जुत्तियां मार मार के मैं तेनू दरबार दे विच अगे ले जाके करना है। गुरु के सिखो गलती कदे ना होवेगी, जग की अरदास नानक जोर गोबिंद का पूर्ण गुणदास
गल का पता लगा कि जकरिया ने हुण मेरे केस कटवा देने हैं। इन्हां ने गुरु कलगियां वाले दे अगे एक बेनती की कि सच्चे पातशाह बाजा वाले केस मेरे नहीं, सतगुरु ने तेरी दित्ती हुई मोहर है पातशाह, जे अज तेरी दित्ती हुई मोहर नहीं कटी गई बादशाह दरगाह एक करते केरा मुकदमा का। गुरु के सिखो जेड़े जुझारू वीर जदों जंगलां दे तो जांदा सी वो असीसां दिंदे सी, भाई तारू सिंघा वो तेरी सिੱਖੀ केसा सवासां दे नाल मिल जावे, भाई तारू सिंघा तैनूं गुरु कलगियां वाले दे पुत्रां दे दर्जे मिलन ते अज उसे ही गुरसिख ने उसे ही गुरु दे चरणा देव की अरदास की। जदों जंग बन के अरदास की है सतगुरु जी के चरणा देव जो प्रवान हुई। इधर जकरिया खान ने मोची आया नाई आया ते जदों नाई बेनती लैके भाई साहब भाई तारू सिंह जी के केस कटन लगा ना, भाई साहब जी वो इतना बाणी दे रसिया सन, इतना उन्हां दे चेहरे ते नूर सी। जदों भाई साहब जी ने नाई पर कटिया ना, भाई रतन सिंह जी भंगू लिखते हैं जेड़ी नाई दे हथ बेनती सी वो धरती दे उपर डिग पई। नाई कंबदा पिछे गया ते उधरों मोची नूं हुक्म दिता गया कि जेकर इस नाई दी बेनती भाई साहब जी दे केस कतल नहीं कर सकती तू इस दी खोपड़ी ही ला दे। जदों भाई साहब जी नूं इस गल का पता लगा कि हुण मेरी खोपड़ी उतराई जानी है, मालक के चरणों में शुकराना करते हैं दातिया मैनूं मौत का कोई भय नहीं, मौत का कोई डर नहीं। सतगुरु जेड़ी मेरी सिੱਖੀ है ना ये तो सवासां दे नाल मिलण लगी है ते सतगुरु महाराज तू मेरी बिरध बाणी दी लाज सतगुरु जी तुसीं रख लई है। गुरु के सिखो हुण इस दी खोपड़ी किस तरह लाई है। भाई साहब भाई रतन सिंह जी भंगू लिखते हैं मोची आया, भाई साहब जी बैठे हैं ते इस मोची ने कीता कि अपनी लंबी दे नाल पिछों खिची तो हौली हौली कप मारने शुरू कीते हैं। जदों खिची तो खोपड़ी नथ दिया मत्थे तक आई है। गुरु के सिखो भाई साहब जी की खोपड़ी लाई गई ते भाई साहब 21 दिन किसी ने इतिहास दे विच 22 दिन करके भी लिखिया है। भाई साहब जी 22 दिन उन्हां दी जेहड़ी खोपड़ी तो बगैर वो जिंदे रहे ते जदों जकरिया खान नूं इस गल का पता लगा फिरदा जिते भाई साहब भाई तारू सिंह जी जिस खड्ड विच जिस जगह के उत्ते उन्होंने सुटिया सी ना उधर के पासे उत्ते चलता उधर पासे गया। इतिहास इतों तक गुरु के विद्वाना ने लिखिया भाई साहब जी सुखमनी साहब जी दी जेड़ियां पंगतियां सन जपजी साहब जी भाई साहब जी का चलता गया सी वो तुकां जकरिया खान के कन्नां दे विच पईआं। हुण इधर कीता कि जो जो तेरे भगत दिखाए सो तत्काल तुम्हारा। हुण इधर रब दे प्यारे नूं दुख दिता, जेड़े रब दे प्यारे नूं दुख दिंदे हन गुरु प्यारे उन्हां नूं सुख दिते। इधर होया कि जकरिया खान नूं पेशाब का बन पै गया। जदों पेशाब का बन पै गया है इसने बड़े हकीम वैद्य डॉक्टर अपने कोल बुलाया। कोई धर्मात्मा आया उसने डरद्या ये गल कही जकरिया खान नूं कि खान जी एक सिख नूं तुसीं तसीहे दे के शहीद कीता है। जेकर उसे ही सिख की जुत्ती जेड़ी पैरां की जुत्ती मंगवाई जाए वो तुहाडे सिर ते मारी जाए हो सकता है तुहाडा पेशाब का बन टुट जाए। हुण मौत तो डरदा बंदा की नहीं करता जी। इधर जकरिया खान जदों उस परमात्मा दे कहण ते भाई साहब जी दे पैरां की जुत्ती मंगवाई गुरु के सिखो
जदों जकरिया खान के सिर ते कोई मारी ना, जकरिया खान नूं थोड़ा जिहा पेशाब आया, फिर अगले दिन जुत्तियां बजदियां हन, फिर उसनूं पेशाब दा उसदा फल टुटदा है। इसने अपना राबता भाई सटेल सिंह होना दे नाल कीता। सिर्फ 3 या 4 मिनट का समा है गुरु प्यारिओ। उन्हां गुरसिखां दा भी मैं आप जी दे नाल जीवन साझा करना है। भाई हरजिंदर सिंह जी ते उन्हां दे नाल दे साथी भाई सुखविंदर सिंह, जिन्हां ने पुणे दे अज दे दिन 9 अक्तूबर नूं 5 बजे उन्हां नूं फांसी दित्ती गई सी। भाई हरजिंदर सिंह ते उन्हां दे साथी जदों पुणे दे विच पहुंचदे हन, ओह ही जनरल बैठिया जिहड़ा दिल्ली दे विच बैठा होया फौज नूं हुकम करदा सी किहड़ी फौज ने किहड़े पासे जाना, किहड़ी फौज ने किस तरह अटैक करना। गुरु प्यारे ने जनरल विद्या जिहड़ा दिल्ली विच बैठा हुकम करदा सी, जदों इसनूं इह गल दा पता लगा, सिंघां ने इंदिरा गांधी नूं भी सद्दिया ते साडे नाल मैनूं भी नहीं। ये पुणे गया, पुणे जाके इसने एक कोठी तैयार की। इधर गुरु के नाल भाई चंदा ते भाई सुखा सतापी जी भाल दे विच मिलते हैं। उत्थे इसनूं जाके इसदी जिहड़ा जिंदगी का अंत किया। भाई साहब जी अज के दिन 9 अक्तूबर 5 बजे इन्हां नूं फांसी दित्ती गई, क्योंकि एक प्रचारक का फर्ज बनता है जिहड़ा अज का दिन जिस तरह इतिहास में चलता भावें थोड़ा होवे उसका भागा जरूर देना चाहिए। गुरु के सिखों अर्ज कर रहा सी भाई साहब भाई तारू सिंह जी जदों इन्हां दे पैर की जुत्ती मंगवाई, जकरिया खान के सिर दे बजनी शुरू हो गई है। ते एक दिन जकरिया खान भाई सुहेल सिंह जी नूं कहंदा, भाई सुहेल सिंह होना दे नाल अपना राबता कायम कीता। ते इतिहास विच जिक्र आया उत्थे ही भाई सुहेल सिंह जिहड़े भाई साहब भाई तारू सिंह जी नूं जाके मिले, कुछ करा प्रसाद वास्ते कुछ रस्त दित्ती है, कुछ माया दित्ती, क्योंकि भाई साहब जी नूं इस गल का पता सी कि जिहड़ा समा है वो नेड़े हुंदा जांदा। 21 दिन वो गुरु का सिख बिना खोपड़ी के दो खोपड़ी तो बगैर अपनी जिंदगी जीता रहा। गुरु प्यारो इधर जकरिया खान ने किया कि अपने हाकमां अपने पहरेदारां कह लगा कि जिन्ना चिर मैं तुहानूं कहांगा उन्ना चिर तुसीं जुत्तियां बंद नहीं करनियां, क्योंकि मैनूं जिन्नियां भी जुत्तियां बजदियां हन उन्ना ही मेरे शरीर नूं आराम हुंदा है। गुरु प्यारो 21वें दिन का जिहड़ा समा है इधर कीता कि जदों जकरिया खान ने यह गल कह दी अपने बंदियां नूं अपने सेवादारां नूं, उन्होंने हाथ दे विच अपनी जुत्ती फड़ी ते जकरिया खान के सिर दे विच मारनियां शुरू कर दित्तियां। जदों सिर दे विच जुत्तियां पैंदियां हन ते जकरिया खान ने यह गल कही सी जिन्ना चिर मैं तुहानूं कहांगा नहीं उन्ना चिर तुसीं हटना नहीं। इधर जकरिया खान के सिर दे विच जुत्तियां बजदियां हन, जकरिया खान कहंदा बस करो, ते इसने कहा मैं तुहानूं कहांगा बस करियो, पर तुसीं बस नहीं करनी, तुसीं मेरे सिर दे विच जुत्तियां मारदे ही रहना। गुरु के सिखों 21 दिन लगातार भाई साहब भाई तारू सिंह जी के पैर की जिहड़ा जोड़ा सी कि जकरिया खान के सिर ते बजदा रहा ते बन के जिहड़ा उस तो बाद अगला दिन सी 21 दिन तो बाद इस जकरिया खान की मौत हुई। सो जिन्नियां सतगुरु जी के पावन दरबार दे विच गुरु की संगतां विराजमान हन, भाई साहब जी के 300 साला जन्म दिहाड़े दियां सारियां संगतां नूं गुरु प्यारिओ लख लख बधाइयां, कोटि धन्नवाद। धन श्री गुरु ग्रंथ साहिब जी का कोटि धन्नवाद। गुरु की संगतां का पंजाबी विरासत अमरीका
के चरणों ਦੇ ਵਿੱਚ ਇੱਕ ਅਰਦਾਸ ਕਰੀਏ ਸਤਿਗੁਰੂ ਮਹਾਰਾਜ ਐਸੇ ਜੋ ਸਿੱਖ ਮੇਲ ਦੇ ਭਾਈ ਕਾਨੂ ਸਿੰਘ ਵਰਗੇ ਜਿਨ੍ਹਾਂ ਦੇ ਅੰਦਰ ਦੀ ਇੱਕ ਭਾਵਨਾ ਸੀ ਸਤਿਗੁਰਾਂ ਜਿਸ ਤਰ੍ਹਾਂ ਮੈਂ ਕਰਦਾ ਹਾਂ ਜਿਸ ਤਰ੍ਹਾਂ ਮੇਰੇ ਮਨ ਦੇ ਅੰਦਰ ਦੀ ਸੇਵਾ ਦੀ ਭਾਵਨਾ ਹੈ ਸਤਿਗੁਰੂ ਇਹ ਭਾਵਨਾ ਇਹ ਸੇਵਾ ਜੋ ਸਿੱਖਾਂ ਵਿੱਚ ਵੀ ਬਖਸ਼ਿਸ਼ ਕਰਦੇ ਆਓ ਸਤਿਗੁਰਾਂ ਦੇ ਕੋਲੋਂ ਇੱਕ ਦਾਤ ਮੰਗੀਏ ਸਾਰੇ ਪਿਆਰ ਦੇ ਨਾਲ ਜਪੋ ਜੀ ਗੁਰ ਸਿੱਖਾਂ ਕੀ ਹਰ ਤੂੜ ਦੇ ਗੁਰ ਸਿੱਖਾਂ ਕੀ ਹਰ ਤੂੜ ਦੇ हम पापी की गत पाहे हम पापी की गत पाए हम पापी की गत पाए हम पापी की गत पाए गुर सिखा की हर तूड़ दे गुर सिखा की हर तूड़ दे धन श्री गुरु ग्रंथ साहिब जी धन श्री गुरु ग्रंथ साहिब जी ऐसे गुरु को बल बल जाइए 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 आप मुकत मोहि तारे आप मुकत मोहि तारे आप मुकत मोहि तारे ऐसे गुरु को बल बल जाइए 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 गुरु अध्यासी विचार बल बयान मैया प्रभु सेवा बख्शिश करना जी गुरु प्रति भी स्नान करो प्यार दे ਨਾਲ ਰੱਖੋ ਜੀ ਵਾਹਿਗੁਰੂ